ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਹਰ ਸੁਖ ਪਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਹਰ ਸੁਖ ਪਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਮਨ ਮੁਖ ਅਗਿਆਨੀ ਅੰਧਲੇ, ਜਨਮ ਮਰੈ ਫਿਰ ਆਵੈ ਜਾਏ। ਕਾਰਜ ਸਿਧ ਨਾ ਹੋਵਨੀ, ਅੰਤ ਗਿਆ ਪਛੁਤਾਏ। ਜਿਸ ਕਰਮ ਹੋਵੈ ਤਿਸ ਸਤ ਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਭਲ ਜਾਏ। ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਨਾਨਕ ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਭਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈ ਸੋਰੇ। ਕਰ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇਸੋਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ।
ਪ੍ਰਾਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪ੍ਰਾਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਗਰੀਬ ਨਵਾਜ, ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ। ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਥ, ਨਾਮ ਦੇ ਜਹਾਜ਼। ਸ਼ਬਦ ਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉਤੇ ਸਤਿਗੁਰ ਜੀ ਨੇ ਮਿਹਰਮਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਭਰੀ ਦ੍ਰਿਸ਼ਟੀ ਕੀਤੀ ਹੈ। ਜਿਨ੍ਹਾਂ ਉਤੇ ਸਤਿਗੁਰੂ ਤੁਰਠੇ ਹਨ, ਉਹਨਾਂ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਵਾਕ ਅਨੁਸਾਰ ਰੱਬੀ ਬਾਣੀ, ਧੁਰ ਕੀ ਬਾਣੀ, ਆਸਾ ਜੀ ਦੀ ਵਾਰ ਦਾ ਕੀਰਤਨ, ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਰਾਜ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ, ਚੱਲ ਰਹੇ ਲੜੀਵਾਰ ਗੁਰ ਸ਼ਬਦ ਵਿਚਾਰ ਦਾ, ਜੋ ਪਾਵਨ ਬਚਨ ਆਪ ਜੀ ਨੇ ਪਾਠ ਰੂਪ ਦੇ ਅੰਦਰ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਪਿਆਰ ਸ਼ਰਧਾ ਨਾਲ ਸਰਵਣ ਕੀਤੇ ਹਨ। ਇਹ ਪਾਵਨ ਬਚਨ ਬਿਲਾਵਲ ਦੀ ਵਾਰ ਵਿੱਚ ਜੋ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ, ਉਹਦਾ ਪਹਿਲਾ ਸ਼ਲੋਕ ਜੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਆਪ ਜੀ ਨੇ ਬੜੇ ਪਿਆਰ ਦੇ ਨਾਲ ਇਸ ਪਾਠ ਨੂੰ ਸਰਵਣ ਕੀਤਾ ਹੈ। ਸਤਿਗੁਰ ਜੀ ਦੀ ਮਹਾਨ ਕਿਰਪਾ ਰਹਿਮਤ ਸਦਕਾ ਜਿਵੇਂ ਸਤਿਗੁਰੂ ਚਾਹੁਣ ਇਨ ਪਾਵਨ ਸ਼ਬਦਾਂ ਦੀ ਵਿਚਾਰ ਕਰਨੀ ਹੈ। ਸੋ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ ਬੇਨਤੀ ਹੈ, ਕਰੋ ਮਨ ਬਿਰਤੀਆਂ ਇਕਾਗਰ, ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਟਿਕਾਉਣ ਦਾ ਯਤਨ ਕਰੋ, ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਜਿਹੜੇ ਮਨੁੱਖ ਇੱਕ ਨਿਰੰਕਾਰ ਵਾਹਿਗੁਰੂ ਦੀ ਆਸ ਤਿਆਗ ਕੇ ਮਾਇਆ ਦੇ ਨਾਲ ਆਪਣਾ ਚਿੱਤ ਜੋੜਦੇ ਹਨ, ਸੰਸਾਰ ਉੱਤੇ ਆਪਣੀਆਂ ਆਸਾਂ ਰੱਖਦੇ ਹਨ, ਉਹਨਾਂ ਪ੍ਰਤੀ ਸਤਿਗੁਰੂ ਪਾਵਨ ਬਚਨ ਕਰਦੇ ਹਨ ਕਿ ਜਿਹੜੇ ਆਸਾ ਦੂਜੇ ਭਾਵ ਦੀ ਹੈ, ਦੂਜਾ ਭਾਵ ਨਿਰੰਕਾਰ ਨੂੰ ਛੱਡ ਕੇ ਮਾਇਆ ਨਾਲ ਪਿਆਰ ਪਾਉਣਾ, ਪਦਾਰਥਾਂ ਨਾਲ ਪਿਆਰ ਪਾਉਣਾ, ਸੰਸਾਰ ਨਾਲ ਪਿਆਰ ਪਾਉਣਾ, ਇਹ ਸਾਰਾ ਦੂਜਾ ਭਾਵ ਹੈ। ਕਿਉਂਕਿ ਇੱਕ ਨੰਬਰ ਤੇ ਨਿਰੰਕਾਰ ਵਾਹਿਗੁਰੂ ਪਰਮਾਤਮਾ ਹੈ ਤੇ ਦੂਜੇ ਨੰਬਰ ਤੇ ਉਹਦੀ ਕੁਦਰਤ ਹੈ। ਆਸਾ ਜੀ ਦੀ ਵਾਰ ਦੇ ਪਹਿਲੀ ਪੌੜੀ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਗੱਲ ਦਾ ਨਿਰਣਾ ਕੀਤਾ ਹੈ। ਸਤਿਗੁਰ ਕਹਿੰਦੇ ਆਪ ਪੀਨੇ ਆਪ ਸਾਜਿਓ, ਆਪ ਪੀਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਕੋਈ ਥਾਪਣ ਵਾਲਾ ਨਹੀਂ,
ਨਿਰੰਕਾਰ ਵਾਹਿਗੁਰੂ ਦਾ ਕੋਈ ਮਾਤਾ ਪਿਤਾ ਨਹੀਂ, ਕੋਈ ਭੈਣ ਭਰਾ ਨਹੀਂ, ਕੋਈ ਸ਼ਤਰੂ ਵੈਰੀ ਨਹੀਂ, ਕੋਈ ਮਿੱਤਰ ਦੋਸਤ ਨਹੀਂ, ਕਿਉਂਕਿ ਉਹ ਇੱਕ ਰਸ ਵਰਤਦਾ ਸਾਰਿਆਂ ਦੇ ਅੰਦਰ। ਜਾਪ ਸਾਹਿਬ ਦੇ ਅੰਦਰ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਵੇਲੇ ਉਸ ਨਿਰੰਕਾਰ ਵਾਹਿਗੁਰੂ ਦੀ ਵਡਿਆਈ ਲਿਖੀ ਹੈ ਤੇ ਅਸੀਂ ਬਚਨ ਨਿਤਨੇਮ ਦੀਆਂ ਬਾਣੀਆਂ ਅੰਦਰ ਰੋਜ਼ ਹੀ ਪੜ੍ਹਦੇ ਹਾਂ। ਨਿਤਨੇਮ ਦੀ ਦੂਸਰੀ ਬਾਣੀ ਹੈ ਸ੍ਰੀ ਜਾਪ ਸਾਹਿਬ। ਸਤਿਗੁਰ ਜੀ ਕਹਿੰਦੇ ਹਨ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ। ਉਸ ਵਾਹਿਗੁਰੂ ਨਿਰੰਕਾਰ ਦਾ ਕੋਈ ਮਾਤਾ ਪਿਤਾ ਨਹੀਂ ਹੈ, ਕੋਈ ਜਾਤ ਕੁਲ ਨਹੀਂ ਹੈ। ਨਾ ਸਤਰ ਹੈ ਨਾ ਮਿੱਤਰ ਹੈ ਨਾ ਭਰਮ ਨਾ ਪਿਤਰ ਹੈ ਨਾ ਕਰਮ ਨਾ ਕਾਏ ਆ ਜਨਮੰ ਆ ਜਾਏ। ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਹੈ। ਉਹ ਨਿਰੰਕਾਰ ਵਾਹਿਗੁਰੂ ਜਿਹੜਾ ਹੈ ਉਹਦਾ ਕੋਈ ਸ਼ਤਰੂ ਨਹੀਂ, ਉਹਦਾ ਕੋਈ ਮਿੱਤਰ ਨਹੀਂ। ਇੱਥੋਂ ਤੱਕ ਬਚਨ ਸਤਿਗੁਰ ਨੇ ਕੀਤੇ, ਨਾ ਪੋਤਰ ਹੈ ਨਾ ਪੁੱਤਰ ਹੈ ਨਾ ਸਤਰ ਹੈ ਨਾ ਮਿੱਤਰ ਹੈ। ਨਾ ਵਾਹਿਗੁਰੂ ਦਾ ਕੋਈ ਪੁੱਤਰ ਹੈ ਨਾ ਪੋਤਰਾ ਹੈ। ਭਾਵ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਜਿਹੜੀ ਉਹਨੇ ਇਹ ਕੁਦਰਤ ਬਣਾਈ ਹੈ ਇਹ ਦੂਜੇ ਨੰਬਰ ਤੇ ਹੈ, ਇਹ ਮਾਇਆ ਦੂਜੇ ਨੰਬਰ ਤੇ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ, ਜਿਹੜੇ ਮਨੁੱਖ ਇੱਕ ਨਿਰੰਕਾਰ ਵਾਹਿਗੁਰੂ ਦੀ ਆਸ ਛੱਡ ਕੇ ਕੇਵਲ ਮਾਇਆ ਦੀ ਆਸ ਰੱਖਦੇ ਹਨ, ਸੰਸਾਰ ਉੱਤੇ ਆਪਣੀ ਆਸਾ ਲਾ ਕੇ ਰੱਖਦੇ ਹਨ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਧ੍ਰਿਗ ਹੈ। ਧ੍ਰਿਗ ਕਹਿੰਦੇ ਹਨ ਫਿਟਕਾਰ ਨੂੰ, ਲਾਹਨਤ ਨੂੰ। ਔਰ ਵਿਦਵਾਨਾਂ ਨੇ ਜਿਹੜਾ ਇਹਦਾ ਅਰਥ ਕੀਤਾ ਹੈ, ਕਹਿੰਦੇ ਕਿਸੇ ਨੂੰ 100 ਵਾਰ ਫਿੱਟੇ ਮੂੰਹ ਕਿਹਾ ਜਾਵੇ ਉਹ ਇੱਕ ਤ੍ਰਿਘਾਰ ਬਣਦੀ ਹੈ। ਤੇ ਬਾਣੀ ਅੰਦਰ ਤਾਂ ਸਤਿਗੁਰ ਜੀ ਨੇ ਇੱਕ ਵਾਰ ਨਹੀਂ ਕਈ ਜਗ੍ਹਾ ਤੇ 2-2 ਵਾਰ ਵੀ ਸ਼ਬਦ ਨੂੰ ਵਰਤਿਆ ਹੈ। ਕਿਉਂਕਿ ਮਨੁੱਖ ਜਿਸ ਵਾਹਿਗੁਰੂ ਨੇ ਸਾਨੂੰ ਇਹ ਸੋਹਣਾ ਜੀਵਨ ਦਿੱਤਾ, ਅਮੋਲਕ ਮਨੁੱਖਾ ਜਨਮ ਦਿੱਤਾ, ਫਿਰ ਇਸ ਮਨੁੱਖਾ ਜੀਵਨ ਦੀਆਂ ਲੋੜਾਂ ਪੂਰੀਆਂ ਕੀਤੀਆਂ, ਪਹਿਨਣ ਵਾਸਤੇ ਸੋਹਣੇ ਕੱਪੜੇ ਦਿੱਤੇ, ਖਾਣ ਵਾਸਤੇ 36 ਪ੍ਰਕਾਰ ਦੇ ਪਦਾਰਥ ਦਿੱਤੇ ਹਨ। ਤੇ ਜੇ ਉਸ ਨਿਰੰਕਾਰ ਵਾਹਿਗੁਰੂ ਨੂੰ ਛੱਡ ਕੇ ਮਨੁੱਖ ਕੇਵਲ ਤਾਂ ਕੇਵਲ ਸੰਸਾਰ ਰਚਿਆ ਪਚਿਆ ਪਿਆ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਸੰਸਾਰ ਵੱਲ ਵੇਖਿਆ, ਸੰਸਾਰ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਿਲਾਵਲ ਰਾਗ ਦੇ ਅੰਦਰ ਇਹ ਬਚਨ ਕਰ ਦਿੱਤੇ। ਸਤਿਗੁਰੂ ਕਹਿਣ ਲੱਗੇ, ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨ ਪਾਇਆ। ਇੱਥੇ ਇੱਕ ਵਾਰ ਧ੍ਰਿਗ ਨਹੀਂ, ਸਤਿਗੁਰੂ ਨੇ 2 ਵਾਰ ਧ੍ਰਿਗ ਸ਼ਬਦ ਵਰਤਿਆ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ। ਸਤਿਗੁਰੂ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਜਿਸ ਵਾਹਿਗੁਰੂ ਨੇ ਸਾਨੂੰ ਖਾਣ ਵਾਸਤੇ 36 ਪ੍ਰਕਾਰ ਦੇ ਪਦਾਰਥ ਦਿੱਤੇ ਹਨ, ਉਸ ਵਾਹਿਗੁਰੂ ਨੂੰ ਛੱਡ ਕੇ ਤੂੰ ਸੰਸਾਰ ਦੇ ਪਦਾਰਥਾਂ ਵਿੱਚ ਰਚਿਆ ਪਿਚਿਆ ਪਿਆ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਅੰਦਰ ਬਖਸ਼ਿਸ਼ ਕੀਤੀ, ਕਹਿਣ ਲੱਗੀ, ਜਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦਾ ਭੋਜਨ ਖਾਂਦਾ ਹੈ, ਉਸ ਨਿਰੰਕਾਰ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖ। ਜਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਆਪਣੇ ਮਨ ਵਿੱਚ ਉਸ ਠਾਕੁਰ ਵਾਹਿਗੁਰੂ ਨੂੰ ਵਸਾ ਕੇ ਰੱਖ, ਕਿਉਂਕਿ ਉਹਨੇ ਸਾਨੂੰ ਜੀਵਨ ਵਧੀਆ ਚਲਾਉਣ ਵਾਸਤੇ ਪਦਾਰਥ ਦਿੱਤੇ ਹਨ। ਜੇ ਅਸੀਂ ਉਹਦੇ ਪਦਾਰਥਾਂ ਨੂੰ ਖਾਂਦਿਆਂ ਹੋਇਆਂ ਵਾਹਿਗੁਰੂ ਨੂੰ ਕਦੀ ਵਾਹ ਨਹੀਂ ਕਿਹਾ। ਅਕਸਰ ਜਦੋਂ ਅਸੀਂ ਅਰਦਾਸ ਕਰਦੇ ਹਾਂ ਇੱਕ ਸ਼ਬਦ ਪੜ੍ਹਿਆ ਜਾਂਦਾ ਹੈ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨ ਚੱਲਈ ਨਾਲ ਖਸਮ ਚੱਲੇ ਅਰਦਾਸ। ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਸੀ ਖਾਂਦੇ, ਉਹਨੂੰ ਸ਼ਾਬਾਸ਼ ਕਹਿਣਾ ਚਾਹੀਦਾ ਹੈ, ਉਹਨੂੰ ਵਾਹ ਕਹਿਣਾ ਚਾਹੀਦਾ ਹੈ। ਕਿਉਂਕਿ ਸਾਡਾ ਜਿਹੜਾ ਮਨੁੱਖੀ ਜੀਵਨ ਹੈ, ਇਹ ਸਰੀਰ ਹੈ, ਇਹ ਭੋਜਨ ਦੇ ਨਾਲ ਚੱਲਦਾ ਹੈ।
ਇਸ ਵਾਸਤੇ ਸਤਿਗੁਰ ਕਹਿੰਦੇ ਜੀਉ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਜਿਸ ਵਾਹਿਗੁਰੂ ਨੇ ਸਰੀਰ ਬਣਾਇਆ ਇਹਦੇ ਵਿੱਚ ਆਤਮਾ ਪਾਈ, ਖਾਣ ਵਾਸਤੇ ਵਧੀਆ ਭੋਜਨ ਦਿੱਤਾ, ਪਹਿਨਣ ਵਾਸਤੇ ਸੋਹਣੇ ਬਸਤਰ ਦਿੱਤੇ। ਸਤਿਗੁਰ ਕਹਿੰਦੇ ਹਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਆਪਣੇ ਸੇਵਕ ਦੀ ਮਾਲਕ ਨੇ ਆਪ ਪੈਜ ਰੱਖੀ ਹੈ। ਹੁਣ ਜਿੰਨੀ ਪੈਜ ਉਸ ਮਾਲਕ ਵਾਹਿਗੁਰੂ ਨੇ ਰੱਖੀ, ਜੇ ਉਹਦਾ ਸ਼ੁਕਰਾਨਾ ਨਾ ਕਰੀਏ ਤੇ ਸਤਿਗੁਰ ਨੇ ਫਿਰ ਤਾਂ ਸਾਡੇ ਜੀਵਨ ਉੱਤੇ ਧਿਰਕਾਰ ਹੀ ਹੈ, ਫਿਟਕਾਰ ਹੀ ਹੈ, ਲਾਹਨਤ ਹੀ ਹੈ, ਤੋਂ ਵੱਧ ਤਾਂ ਕੁਝ ਵੀ ਨਹੀਂ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਧ੍ਰਿਗ ਧ੍ਰਿਗ ਖਾਇਆ। ਜੇ ਉਸ ਨਿਰੰਕਾਰ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ, ਉਹਦੀ ਯਾਦ ਨੂੰ ਵਿਸਾਰ ਕੇ ਭੋਜਨ ਛਕਣ ਲੱਗਿਆ, ਤੂੰ ਜੇ ਗੱਲ ਇੰਨੀ ਗੱਲ ਵੀ ਨਹੀਂ ਕਹਿੰਦਾ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਜੇ ਇੰਨੀ ਗੱਲ ਵੀ ਨਹੀਂ ਕਹੀ ਤੇ ਫਿਰ ਤਾਂ ਸੱਚਮੁੱਚ ਸਤਿਗੁਰੂ ਕਹਿ ਰਹੇ ਹਨ ਕਿ ਤੇਰਾ ਜਿਹੜਾ ਜੀਵਨ ਉਹ ਫਿਟਕਾਰ ਹੈ, ਲਾਹਨਤ ਹੈ। ਧ੍ਰਿਗ ਧ੍ਰਿਗ ਸੋਇਆ, ਸੋਏ ਤੋਂ ਭਾਵ ਹੈ ਇਹ ਜਿਹੜੇ ਮਾਲਕ ਨੇ ਸਾਨੂੰ ਪਦਾਰਥ ਦਿੱਤੇ ਹਨ ਜਿਹਦੇ ਨਾਲ ਅਸੀਂ ਸੁੱਖ ਮਾਣਦੇ ਪਏ ਹਾਂ। ਕਿਉਂਕਿ ਬੰਦੇ ਨੂੰ ਨੀਂਦ ਵੀ ਉਦੋਂ ਆਉਂਦੀ ਹੈ ਜਦੋਂ ਉਹਦੇ ਮਨ ਅੰਦਰ ਕੋਈ ਚਿੰਤਾ ਨਾ ਹੋਵੇ। ਚਿੰਤਾ ਤੁਰ ਬੰਦਾ ਤਾਂ ਸਾਰੀ ਰਾਤ ਨਹੀਂ ਸੌਂਦਾ, ਉਹਨੂੰ ਨੀਂਦ ਨਹੀਂ ਆਉਂਦੀ। ਸਤਿਗੁਰ ਕਹਿੰਦੇ ਜਿਸ ਮਾਲਕ ਦੀ ਕਿਰਪਾ ਨਾਲ ਤੈਨੂੰ ਸੋਹਣੀ ਨੀਂਦ ਆ ਰਹੀ ਹੈ, ਕੋਈ ਮਨ ਅੰਦਰ ਚਿੰਤਾ ਹੀ ਨਹੀਂ, ਤੇ ਜੇ ਉਸ ਮਾਲਕ ਨੂੰ ਯਾਦ ਨੂੰ ਵਿਸਾਰ ਦਵੇਂ, ਉਹਨੂੰ ਯਾਦ ਨਾ ਕਰੇ, ਫਿਰ ਤੇਰਾ ਸੋਨਾ ਫਿਟਕਾਰ ਹੈ। ਧਰੇ ਤੇਰੇ ਕਾਪੜ ਅੰਗ ਚੜਾਇਆ। ਜਿਸ ਮਾਲਕ ਦੀ ਕਿਰਪਾ ਨਾਲ ਤੂੰ ਸੋਹਣੇ ਬਸਤਰ ਪਹਿਨਦਾ ਹੈ, ਰੇਸ਼ਮ ਵਰਗੇ ਸੋਹਣੇ ਕੀਮਤੀ ਕੱਪੜੇ ਪਾਉਂਦਾ ਹੈ, ਜੇ ਉਸ ਮਾਲਕ ਨੂੰ ਯਾਦ ਨਹੀਂ ਕਰਦਾ, ਬਾਣੀ ਅੰਦਰ ਸਤਿਗੁਰੂ ਕਹਿੰਦੇ ਹਨ ਜਹ ਪ੍ਰਸਾਦ ਪਾਟ ਪਟੰਬਰ ਹੰਢਾਵੈ। ਜਿਸ ਮਾਲਕ ਦੀ ਕਿਰਪਾ ਨਾਲ ਤੂੰ ਪਟ ਅੰਬਰ ਰੇਸ਼ਮ ਦੇ ਕੱਪੜੇ ਪਾਉਂਦਾ ਹੈ, ਵਧੀਆ ਹੰਢਾਉਂਦਾ ਹੈ, ਜਹ ਪ੍ਰਸਾਦ ਪਾਟ ਪਟੰਬਰ ਹੰਢਾਵੈ ਤਿਸੇ ਤਿਆਗ ਤੇ ਅਵਰ ਲੁਭਾਵੈ। ਉਸ ਨਿਰੰਕਾਰ ਵਾਹਿਗੁਰੂ ਨੂੰ ਛੱਡ ਕੇ ਤੂੰ ਕਿੱਥੇ ਲੁਭਾਏ ਮਨ ਹੋਇਆ ਪਿਆ ਹੈ। ਜੇ ਵਾਹਿਗੁਰੂ ਦੀ ਯਾਦ ਨਹੀਂ ਹੈ ਤੇ ਫਿਰ ਤਾਂ ਸਤਿਗੁਰੂ ਠੀਕ ਹੀ ਕਹਿੰਦੇ ਹਨ ਕਿ ਸਾਡਾ ਜੀਵਨ ਧਿਰਕਾਰ ਹੈ। ਧ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਮਨੁੱਖਾ ਜੀਵਨ ਵਿੱਚ ਆ ਕੇ ਵੀ ਜੇ ਉਸ ਨਿਰੰਕਾਰ ਵਾਹਿਗੁਰੂ ਖਸਮ ਮਾਲਕ ਦੀ ਪ੍ਰਾਪਤੀ ਨਹੀਂ ਹੋਈ, ਉਹਦੀ ਯਾਦ ਵਿੱਚ ਨਹੀਂ ਜੁੜੇ, ਅੰਮ੍ਰਿਤ ਵੇਲੇ ਨੂੰ ਸੰਭਾਲਿਆ ਨਹੀਂ, ਗੁਰੂ ਦੀ ਬਾਣੀ ਪੜ੍ਹੀ ਨਹੀਂ, ਨਿਤਨੇਮ ਕੀਤਾ ਨਹੀਂ, ਤੇ ਫਿਰ ਤਾਂ ਸਾਡਾ ਜੀਵਨ ਸਤਿਗੁਰੂ ਕਹਿੰਦੇ ਅਜਾਈ ਜਾ ਰਿਹਾ। ਫਿਰ ਇਸ ਜੀਵਨ ਉੱਤੇ ਧਿਰਕਾਰ ਹੈ। ਧ੍ਰਿਗ ਸਰੀਰ ਕੁਟੰਬ, ਇੱਥੇ ਕੁਟੰਬ ਤੋਂ ਭਾਵ ਸੰਸਾਰੀ ਪਰਿਵਾਰ ਦੀ ਗੱਲ ਨਹੀਂ ਕੀਤੀ। ਜਿਹੜੇ ਸਾਡੇ ਸਰੀਰ ਦੇ ਨਾਲ ਗਿਆਨ ਇੰਦਰੇ ਕਰਮ ਇੰਦਰੇ ਹਨ, ਭਾਵ ਅੱਖ ਕੰਨ ਨੱਕ ਹੱਥ ਪੈਰ, ਜੇ ਇਹ ਸਭ ਕੁਝ ਹੁੰਦਿਆਂ ਅਸੀਂ ਨਿਰੰਕਾਰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਅੱਖਾਂ ਨਾਲ ਗੁਰੂ ਦਾ ਦੀਦਾਰ ਨਹੀਂ ਕੀਤਾ, ਕੰਨਾਂ ਨਾਲ ਗੁਰੂ ਦੀ ਬਾਣੀ ਸਰਵਣ ਨਹੀਂ ਕੀਤੀ, ਪੈਰਾਂ ਨਾਲ ਚੱਲ ਕੇ ਗੁਰੂ ਦਰ ਉੱਤੇ ਨਹੀਂ ਆਏ, ਹੱਥਾਂ ਨਾਲ ਗੁਰੂ ਘਰ ਦੀ ਕਾਰ ਸੇਵਾ ਨਹੀਂ ਕੀਤੀ, ਤੇ ਸਤਿਗੁਰ ਕਹਿੰਦੇ ਇਹ ਜਿਹੜਾ ਤੇਰਾ ਪਰਿਵਾਰ ਹੈ ਗਿਆਨ ਇੰਦਰੇ ਕਰਮ ਇੰਦਰੇ, ਇਹ ਸਾਰੇ ਹੀ ਫਿਟਕਾਰਯੋਗ ਹਨ, ਕਿਉਂਕਿ ਮਾਲਕ ਨੇ ਸਰੀਰ ਨਾਲ ਲਾਏ ਹਨ। ਇਹਦੇ ਨਾਲ ਅਸੀਂ ਧਰਮ ਦੇ ਕਰਮ ਕਰਕੇ, ਪਰਮਾਤਮਾ ਦੇ ਘਰ ਦੀ ਗੁਰੂ ਦੀ ਸੇਵਾ ਕਰਕੇ ਸਰੀਰ ਨੂੰ ਸਫਲਿਆ ਕਰਨਾ ਸੀ। ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਸੇਵਾ ਤੋਂ ਬਿਨਾ ਇਹ ਜਿਹੜੇ ਹੱਥ ਪੈਰ ਹਨ ਇਹ ਧਿਰਕਾਰ ਹਨ, ਇਹ ਫਿਟਕਾਰ ਹੈ, ਲਾਹਨਤ ਦੇ ਯੋਗ ਹਨ। ਤੇ ਸਤਿਗੁਰ ਕਹਿੰਦੇ ਹਨ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਲਾ ਜਨਮ ਗਵਾਇਆ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਇਹ ਮਨੁੱਖਾ ਜਨਮ ਰੂਪੀ ਜਿਹੜੀ ਪੌੜੀ ਤੈਨੂੰ ਮਿਲੀ ਹੈ, ਆ ਮਨੁੱਖਾ ਜਨਮ ਤੋਂ ਹੁਣ ਅਖੀਰਲੇ ਡੰਡੇ ਉਤੇ ਖੜਾ ਹੈ। ਬਸ ਹੁਣ ਇੱਕ ਅਗਾਂ ਅੱਗੇ ਪੁੱਟੇਗਾ, ਰੱਬ ਦੀ ਬੰਦਗੀ ਕਰੇਗਾ, ਵਾਹਿਗੁਰੂ ਦਾ ਨਾਮ ਜਪੇਗਾ, ਗੁਰੂ ਦੀ ਬਾਣੀ ਪੜ੍ਹੇਗਾ,
ਤੇ ਸਤਿਗੁਰ ਕਹਿੰਦੇ ਅੱਗੇ ਰੱਬ ਦਾ ਘਰ ਹੈ। ਜੇ ਕਿਤੇ ਇਸ ਡੰਡੇ ਤੋਂ ਵੀ ਤਿਲਕ ਪਿਆ, ਬੰਦਾ ਮਿਹਨਤ ਕਰਕੇ ਕੋਠੇ ਉੱਤੇ ਚੜੇ ਤੇ ਅਖੀਰਲੇ ਡੰਡੇ ਤੋਂ ਉਹਦਾ ਪੈਰ ਥਿੜਕ ਜਾਵੇ, ਇੱਕ ਤਾਂ ਜ਼ਮੀਨ ਉੱਤੇ ਆ ਕੇ ਉਹਨੂੰ ਸੱਟ ਲੱਗੇਗੀ ਤੇ ਫਿਰ ਦੂਜਾ ਕੋਠੇ ਜਾਣ ਵਾਸਤੇ ਦੁਬਾਰਾ ਮਿਹਨਤ ਕਰਨੀ ਪਵੇਗੀ। ਆ ਮਨੁੱਖਾ ਜਨਮ ਜਿਹੜਾ ਅਖੀਰਲਾ ਡੰਡਾ ਹੈ, ਜੇ ਇੱਥੋਂ ਵੀ ਛੁੜਕ ਗਏ ਫਿਰ 84 ਲੱਖ ਦੀਆਂ ਜੂਨਾਂ ਦੁਬਾਰਾ ਖੜੀਆਂ ਹਨ। ਫਿਰ ਪਤਾ ਨਹੀਂ ਕਦੋਂ ਜਾ ਕੇ ਸਾਡੀ ਵਾਰੀ ਆਵੇਗੀ, ਜਿਹਨੂੰ ਸਤਿਗੁਰੂ ਜੀ ਕਹਿੰਦੇ ਹਨ ਕਿ ਚਿਰੰਕਾਲ ਇਹ ਦੇਹ ਸੰਜਰੀਆ। ਇਹ ਬੜੇ ਚਿਰਾਂ ਕਾਲਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ, ਇਹਦੀ ਵਾਰੀ ਆਈ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ। ਇਹ ਕਿਉਂ ਸਾਡਾ ਅਹਿਲਾ ਜਨਮ ਅਸੀਂ ਗਵਾ ਰਹੇ, ਉਹਦਾ ਕਾਰਨ ਕੀ ਹੈ? ਤੇ ਸਤਿਗੁਰੂ ਕਹਿੰਦੇ ਦੂਜਾ ਭਾਉ ਨਾ ਦੇ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਿਹੜਾ ਸਾਡਾ ਮਨ ਅੰਦਰ ਦੂਜਾ ਭਾਵ ਹੈ, ਰੱਬ ਨੂੰ ਵਿਸਾਰ ਕੇ, ਪਦਾਰਥਾਂ ਨਾਲ ਪਿਆਰ ਹੈ, ਮਾਇਆ ਨਾਲ ਪਿਆਰ ਹੈ, ਕਾਰੋਬਾਰ ਨਾਲ ਪਿਆਰ ਹੈ, ਪਰਿਵਾਰ ਨਾਲ ਸਾਡਾ ਮੋਹ ਹੈ, ਬਸ ਇਹ ਦੂਜਾ ਭਾਵ ਜਿਹੜਾ ਹੈ ਸਤਿਗੁਰੂ ਕਹਿੰਦੇ ਇਹ ਪ੍ਰਮਾਤਮਾ ਦੇ ਨਾਮ ਦੇ ਨਾਲ ਲਿਵ ਨਹੀਂ ਲੱਗਣ ਦਿੰਦਾ, ਸੁਰਤ ਨਹੀਂ ਲੱਗਣ ਦਿੰਦਾ। ਇਸ ਗੱਲ ਜਿਨ ਹਰ ਕੇ ਚਰਨ ਵਿਸਾਰੇ। ਇਸ ਵਾਸਤੇ ਮਨੁੱਖ ਜਿਹੜਾ ਹੈ ਉਹ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਨੂੰ, ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਰੱਖਦਾ ਹੈ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈ ਦੁਖ ਨਿਵਾਰੇ। ਉਹ ਮਾਲਕ ਜਿਹੜਾ ਸਾਨੂੰ ਜੀਵਨ ਦੇਣ ਵਾਲਾ ਹੈ, ਜਗ ਜੀਵਨ, ਜਿਹੜਾ ਜਗਤ ਨੂੰ ਜੀਵਨ ਦਿੰਦਾ ਹੈ। ਫਿਰ ਕੇਵਲ ਜੀਵਨ ਦਿੰਦਾ, ਉਹ ਦਾਤਾ ਵੀ ਦਿੰਦਾ ਹੈ। ਸਤਿਗੁਰੂ ਕਹਿੰਦੇ ਜਿਹੜੇ ਤੇਰੇ ਸੇਵਕ ਤੇਰੇ ਚਰਨਾਂ ਨਾਲ ਲੱਗ ਜਾਂਦੇ ਹਨ, ਤੂੰ ਉਹਨਾਂ ਦੇ ਜੀਵਨ ਅੰਦਰ ਸਾਰਾ ਜਿਹੜਾ ਦੁੱਖ ਹੈ ਉਹ ਖਤਮ ਕਰ ਦਿੰਦਾ ਹੈ। ਇਸ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਲੜੀਵਾਰ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਕਰਦੇ ਹਨ। ਸਤਿਗੁਰੂ ਕਹਿਣ ਲੱਗੇ ਧ੍ਰਿਗ ਇਹ ਆਸਾ ਦੂਜੇ ਭਾਵ ਕੀ। ਇਹ ਦੂਜੇ ਭਾਵ ਦੇ ਅੰਦਰ ਜਿਹੜੀ ਤੂੰ ਆਸਾ ਲਾ ਕੇ ਬੈਠਾ ਹੈ, ਸਤਿਗੁਰੂ ਕਹਿੰਦੇ ਜਿਨ੍ਹਾਂ ਤੂੰ ਉੱਤੇ ਤੂੰ ਆਸ ਲਾ ਕੇ ਬੈਠਾ ਹੈ, ਇਹ ਆਸਾ ਤੇਰੇ ਕਦੇ ਪੂਰੀਆਂ ਨਹੀਂ ਹੋਣਗੀਆਂ। ਮਨੁੱਖ ਸਰੀਰ ਦਾ ਬੜਾ ਮਾਣ ਕਰਦਾ ਹੈ, ਮਨੁੱਖ ਧਨ ਦਾ ਬੜਾ ਮਾਣ ਕਰਦਾ ਹੈ, ਲੇਕਿਨ ਸਤਿਗੁਰੂ ਕਹਿੰਦੇ ਸਦਾ ਰਹਿਣ ਵਾਲੇ ਤਾਂ ਨਹੀਂ ਹਨ, ਇਹ ਮਿੱਥੇ ਹੋਏ ਹਨ, ਕੁਝ ਸਮੇਂ ਵਾਸਤੇ ਸਾਨੂੰ ਮਿਲੇ ਹਨ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਜਿਹੜਾ ਸਰੀਰ ਸਾਨੂੰ ਸੰਸਾਰ ਵਿੱਚੋਂ ਮਿਲਿਆ ਹੈ, ਮਾਤਾ ਪਿਤਾ ਦੀ ਰਾਹੀਂ ਪ੍ਰਾਪਤ ਹੋਇਆ ਹੈ, ਜਾਣ ਲੱਗਿਆ ਉਹ ਵੀ ਨਾਲ ਨਹੀਂ ਜਾਵੇਗਾ। ਫਿਰ ਕਿਸ ਸਰੀਰ ਦਾ ਅਭਿਮਾਨ ਕਰਦਾ ਹੈ, ਕਿਸ ਸਰੀਰ ਦਾ ਹੰਕਾਰ ਕਰਦਾ ਹੈ। ਭਗਤ ਨਾਮਦੇਵ ਜੀ ਨੇ ਸੋਰਠ ਰਾਗ ਦੇ ਅੰਦਰ ਪਾਵਨ ਬਚਨ ਕੀਤੇ, ਕਹਿਣ ਲੱਗੇ ਗਹਿਰੀ ਕਰਕੇ ਨੀਮਖ ਦਾਈ, ਉਪਰ ਮੰਡਪ ਛਾਈ, ਮਾਰ ਕੰਡੇ ਤੇ ਕੋ ਅਦਖਾਈ। ਜਿਨ ਤ੍ਰਿਨ ਧਰ ਮੂੰਡ ਬਲਾਈ, ਹਮਰੋ ਕਰਤਾ RAM ਸਨੇਹੀ। ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਐ ਮਨੁੱਖ ਕਾਹਦਾ ਹੰਕਾਰ ਕਰਦਾ ਪਿਆ ਹੈ? ਜੇ ਤੇਰੇ ਕੋਲ 4 ਕੌਡੀਆਂ ਆ ਗਈਆਂ, ਧਨ ਆ ਗਿਆ, ਤੇ ਐਡੋ ਟੈਡੋ ਜਾਤ ਕਿਸੇ ਨੂੰ ਪਰਵਾਹ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਹਨ ਕਿ ਹਮਰੋ ਕਰਤਾ RAM ਸਨੇਹੀ। ਅਸੀਂ ਤਾਂ ਇੱਕ ਰਾਮ ਨਾਲ ਹੀ ਸਨੇਹ ਕਰਦੇ ਹਾਂ, ਰਾਮ ਨਾਲ ਪ੍ਰਮਾਤਮਾ ਨਾਲ ਹੀ ਪਿਆਰ ਕਰਦੇ ਹਾਂ। ਸਤਿਗੁਰੂ ਕਹਿੰਦੇ ਹਮਰੋ ਕਰਤਾ RAM ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ। ਐ ਮਨੁੱਖ ਤੂੰ ਕਾਹਦਾ ਹੰਕਾਰ ਕਰਦਾ ਹੈ? ਬਿਨ ਸਜਾਏ ਝੂਠੀ ਦੇਹੀ। ਜਿਨ੍ਹਾਂ ਨੂੰ ਆਪਣੀਆਂ ਬਾਹਾਂ ਉੱਤੇ ਇੰਨਾ ਮਾਣ ਸੀ, ਆਪਣੇ ਸਰੀਰ ਦੀ ਤਾਕਤ ਉੱਤੇ ਇੰਨਾ ਮਾਣ ਸੀ, ਭਗਤ ਨਾਮਦੇਵ ਜੀ ਕਹਿੰਦੇ ਅੱਜ ਉਹਨਾਂ ਦੀ ਹਾਲਤ ਕੀ ਹੋਈ ਪਈ ਹੈ। ਮੇਰੀ ਮੇਰੀ ਕੈਰੋਂ ਕਰਤੇ ਦਰ ਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ। ਜਿਨ੍ਹਾਂ ਦੀ ਸੈਨਾ 12 ਯੋਜਨਾਂ ਵਿੱਚ ਚੱਲਦੀ ਸੀ। 12 ਯੋਜਨ, ਇੱਕ ਯੋਜਨ ਦੇ ਅੰਦਰ 4 ਕੋਹ ਹੁੰਦੇ ਹਨ, ਤੇ ਬਾਹਰੋਂ ਚੌਕ 48 ਕੋਹ ਦੇ ਅੰਦਰ ਜਿਨ੍ਹਾਂ ਦੀ ਸੈਨਾ ਚੱਲਦੀ ਸੀ। ਏਡਾ ਵੱਡਾ ਰਾਜ ਭਾਗ, ਇੰਨੀ ਵੱਡੀ ਸੈਨਾ ਦੇ ਮਾਲਕ। ਤੇ ਸਤਿਗੁਰੂ ਕਹਿੰਦੇ ਅਖੀਰ ਤੇ ਹੋਇਆ ਕੀ? ਦੇਹੀ ਗਿਰਜਨ ਖਾਈ। ਉਹਨਾਂ ਦੀਆਂ ਸਰੀਰਾਂ ਨੂੰ ਗਿਰਜਾ ਇੱਲਾਂ ਨੇ ਅਖੀਰ ਤੇ ਖਾ ਲਿਆ। ਭਾਵ ਉਹਨਾਂ ਦਾ ਜੀਵਨ ਖਤਮ ਹੋ ਗਿਆ। ਜਿਨ੍ਹਾਂ ਨੂੰ ਆਪਣੀਆਂ ਬਾਹਾਂ ਉੱਤੇ ਮਾਣ ਸੀ, ਆਪਣੇ ਸਰੀਰ ਉੱਤੇ ਮਾਣ ਸੀ, ਤਾਕਤ ਸੀ,
ਵੀ ਮੇਰੇ ਸਾਡੇ ਕੋਲ ਇੰਨੀ ਤਾਕਤ ਹੈ, ਇੰਨਾ ਸਾਡੇ ਕੋਲ ਬਲ ਹੈ। ਸਤਿਗੁਰ ਕਹਿੰਦੇ ਇਹ ਸਦਾ ਰਹਿਣ ਵਾਲਾ ਨਹੀਂ। ਜਿਨ੍ਹਾਂ ਨੇ ਆਸਾ ਇੱਕ ਨਿਰੰਕਾਰ ਵਾਹਿ ਉਤੇ ਗੁਰੂ ਤੇ ਲਾ ਲਈ, ਸਤਿਗੁਰ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੋ ਗਿਆ। ਤ੍ਰੇਗੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ, ਜਿਹੜੇ ਮਾਇਆ ਦੇ ਮੋਹ ਦੇ ਅੰਦਰ ਆਪਣਾ ਚਿੱਤ ਜੋੜਦੇ ਹਨ। ਗੁਰੂ ਅਮਰ ਰਾਮਦਾਸ ਜੀ ਮਹਾਰਾਜ ਦੇ ਸੇ ਬਚਨ ਰੋਜ਼ ਹੀ ਪੜ੍ਹਦੇ ਰਹਿ ਸ਼ਬਦ ਦੀ ਬਾਣੀ ਦੇ ਅੰਦਰ ਬੜਾ ਸਪਸ਼ਟ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਗੱਲ ਕੀਤੀ ਹੈ। ਸਤਿਗੁਰ ਕਹਿੰਦੇ ਜੇ ਨਾ ਹਾਰ ਹਰ ਸਾਧ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ੍ਹਾਂ ਨੇ ਹਰੀ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕੀਤਾ, ਉਹ ਭਾਗਹੀਨ, ਭਾਗਾਂ ਤੋਂ ਖਾਲੀ ਬੰਦੇ, ਜਮ ਪਾਸ, ਉਹ ਫਿਰ ਜਮਾਂ ਦੇ ਵਸ ਵਿੱਚ ਪੈ ਜਾਂਦੇ ਹਨ। ਫਿਰ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ, ਉਹ ਕਰਲਾਉਂਦੇ ਹਨ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਨਹੀਂ ਆਏ, ਜਿਹੜੇ ਗੁਰੂ ਦੀ ਸੰਗਤ ਵਿੱਚ ਨਹੀਂ ਬੈਠੇ, ਜਿਨ੍ਹਾਂ ਦਾ ਮਨ ਮਾਇਆ ਨੇ ਮੋਹ ਲਿਆ ਹੈ, ਜਿਹੜੇ ਦੂਜੇ ਭਾਵ ਵਿੱਚ ਲੱਗੇ ਹੋਏ ਹਨ, ਸੰਸਾਰ ਦੀ ਆਸਾ ਆਪਣੇ ਮਨ ਵਿੱਚ ਰੱਖਦੇ ਹਨ। ਕਈ ਵਾਰ ਬੰਦਾ ਕਹਿੰਦਾ ਮੇਰੇ ਕੋਲ ਇੰਨਾ ਕੋ ਧਨ, ਮੈਨੂੰ ਕੀ ਲੋੜ ਕਿਸੇ ਦੀ ਪਰਵਾਹ ਕਰਨ ਦੀ, ਕਿਸੇ ਕੋਲ ਜਾਣ ਦੀ। ਉਹ ਤਾਂ ਕਈ ਵਾਰ ਆਪਣੀ ਛਾਤੀ ਦੇ ਹੱਥ ਮਾਰ ਕੇ ਵੀ ਇਹ ਗੱਲ ਕਹਿ ਦਿੰਦੇ ਹਨ, ਮੈਂ ਤਾਂ ਗੁਰੂ ਦੀ ਪਰਵਾਹ ਨਹੀਂ ਕਰਦਾ। ਕਲਗੀਧਰ ਪਿਤਾ ਜੀ ਦੇ ਪਾਵਨ ਦੀ ਘਟਨਾ ਆਪ ਜੀ ਨਾਲ ਸਾਂਝੀ ਕਰਾਂ। ਕਹਿੰਦੇ ਇੱਕ ਬੈਰਾਗੀ ਸਾਧੂ ਸੰਨਿਆਸੀ, ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਤਾਰਾ ਕੀਤਾ। ਉਤਾਰਾ ਕਰਕੇ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਣਾ ਚਾਹੁੰਦਾ ਹੈ। ਸਤਿਗੁਰੂ ਇਹਦੇ ਉੱਤੇ ਸਾਈਨ ਕਰ ਦੇਣ, ਇਹਨੂੰ ਪ੍ਰਵਾਨ ਕਰ ਲੈਣ, ਕਿਉਂਕਿ ਜਿੰਨਾ ਚਿਰ ਸਤਿਗੁਰ ਦੀ ਮਿਹਰ ਦੀ ਨਿਗਾਹ ਨਹੀਂ ਪੈਂਦੀ, ਸਤਿਗੁਰੂ ਇਹਨੂੰ ਸਹੀ ਨਹੀਂ ਕਰਦੇ, ਸਾਈਨ ਨਹੀਂ ਕਰਦੇ, ਉਹਨਾਂ 'ਚ ਮੈਂ ਪ੍ਰਕਾਸ਼ ਨਹੀਂ ਕਰ ਸਕਦਾ। ਕਹਿੰਦੇ ਜਿਸ ਵੇਲੇ ਉਹਨੇ ਸੁਨਹਿਰੀ ਅੱਖਰਾਂ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਗੁਰਬਾਣੀ ਨੂੰ ਲਿਖਿਆ, ਜਿਸ ਵੇਲੇ ਉਹ ਸਤਿਗੁਰੂ ਦਾ ਪਾਵਨ ਸਰੂਪ ਕਲਗੀਧਰ ਪਿਤਾ ਜੀ ਕੋਲ ਲੈਣ ਵਾਸਤੇ ਲੈ ਕੇ ਆ ਰਿਹਾ ਹੈ, ਤੇ ਜਦੋਂ ਸਤਿਗੁਰ ਦਰਬਾਰ ਅੰਦਰ ਪਹੁੰਚਿਆ ਤੇ ਉਹਨੂੰ ਮਿਲਿਆ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਦੀਵਾਨ ਹੈ, ਉਹਦਾ ਨਾਮ ਇਤਿਹਾਸ ਨੇ ਨੰਦ ਲਾਲ ਕਰਕੇ ਲਿਖਿਆ ਹੈ। ਉਹ ਵੀ ਆ ਕੇ ਜਦੋਂ ਮਿਲਿਆ ਹੈ ਤੇ ਉਸ ਨੂੰ ਉਸ ਬੈਰਾਗੀ ਨੇ ਕਿਹਾ ਕਿ ਮੈਂ ਕਲਗੀਧਰ ਪਿਤਾ ਜੀ ਨੂੰ ਮਿਲਣਾ ਹੈ, ਆ ਮੈਂ ਸਤਿਗੁਰ ਦੀ ਪਾਵਨ ਬਾਣੀ ਲਿਖੀ ਹੈ, ਸਤਿਗੁਰੂ ਉੱਤੇ ਸਾਈਨ ਕਰ ਦੇਣ। ਕਹਿਣ ਲੱਗੇ ਜੀ ਤੁਸੀਂ ਮੈਨੂੰ ਦੇ ਜਾਓ ਤੇ ਮੈਂ ਸਤਿਗੁਰ ਦੇ ਕੋਲੋਂ ਸਾਈਨ ਕਰਵਾ ਦੇਵਾਂਗਾ, ਕੁਝ ਦਿਨਾਂ ਬਾਅਦ ਆਣ ਕੇ ਲੈ ਜਾਣਾ। ਜਦੋਂ ਉਹਨੇ ਸਤਿਗੁਰ ਦੇ ਪਾਵਨ ਸਰੂਪ ਨੂੰ ਦੇਖਿਆ, ਮਨ ਨੂੰ ਬੜਾ ਚੰਗਾ ਲੱਗਾ, ਸੁਨਹਿਰੀ ਅੱਖਰਾਂ ਲਿਖਿਆ ਹੋਇਆ। ਤਾਂ ਉਹਨੇ ਇਹ ਗੱਲ ਕਲਗੀਧਰ ਪਿਤਾ ਜੀ ਨਾਲ ਕੀਤੇ ਨੇ, ਕੋਈ ਸੰਨਿਆਸੀ ਜਿਹੜਾ ਹੈ ਬੈਰਾਗੀ, ਉਹ ਮਹਾਰਾਜ ਸਰੂਪ ਲੈ ਕੇ ਆਇਆ ਤੁਹਾਡੇ ਸਾਈਨ ਕਰਾਉਣ ਵਾਸਤੇ। ਉਹਨੇ ਉਹ ਮਹਾਰਾਜ ਸਰੂਪ ਆਪਣੇ ਕੋਲ ਰੱਖ ਲਿਆ, ਸਤਿਗੁਰ ਦੇ ਬਾਣੇ ਆਪਣੇ ਕੋਲ ਰੱਖ ਲਈ। ਕੁਝ ਦਿਨਾਂ ਬਾਅਦ ਇਹ ਫਿਰ ਬੈਰਾਗੀ ਆਇਆ, ਫਿਰ ਆ ਕੇ ਸਤਿਗੁਰ ਦੇ ਦੀਵਾਨ ਨੂੰ ਮਿਲਿਆ। ਕਹਿਣ ਲੱਗੇ ਜੀ ਮੈਂ ਤੁਹਾਨੂੰ ਸਤਿਗੁਰ ਦੇ ਪਾਵਨ ਬਾਣੀ ਦੇ ਸਰੂਪ ਦੇ ਗਿਆ ਸੀ, ਸਤਿਗੁਰ ਦੇ ਸਾਈਨ ਕਰਵਾਏ ਹਨ। ਕਹਿਣ ਲੱਗੇ ਜੀ ਅਜੇ ਸਮਾਂ ਨਹੀਂ ਮਿਲਿਆ, ਸਤਿਗੁਰੂ ਸ਼ਿਕਾਰ ਖੇਡਣ ਚਲੇ ਜਾਂਦੇ ਸਨ, ਅਜੇ ਸਮਾਂ ਨਹੀਂ ਮਿਲਿਆ, ਜਦੋਂ ਸਮਾਂ ਹੋ ਗਿਆ ਮੈਂ ਸਾਈਨ ਕਰਵਾ ਦਾਂ, ਬਾਅਦ ਚੋਂ ਆਣ ਕੇ ਲੈ ਜਾਵਾਂ। ਮੁੱਖ ਦੀ ਗੱਲ ਉਸ ਬੈਰਾਗੀ ਸਾਧੂ ਨੇ 2-4 ਗੇੜੇ ਲਗਾਏ, ਉਹ ਵੀ ਸਮਝ ਗਿਆ ਕਿ ਇਹਦੇ ਮਨ ਅੰਦਰ ਖੋਟ ਹੈ, ਇਹ ਮੈਨੂੰ ਸਤਿਗੁਰ ਦਾ ਪਾਵਨ ਸਰੂਪ ਦੇਣਾ ਨਹੀਂ ਚਾਹੁੰਦਾ। ਇੱਕ ਦਿਨ ਆਇਆ ਸਤਿਗੁਰ ਦੇ ਚਰਨਾਂ ਦੇ ਅੰਦਰ, ਮੌਕਾ ਦੇਖਿਆ ਸਤਿਗੁਰ ਇਕੱਲੇ ਬੈਠੇ ਸਨ, ਤੇ ਜਿਸ ਵੇਲੇ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਕੁਝ ਦਿਨ ਪਹਿਲਾਂ ਮੈਂ ਆਪ ਜੀ ਦੇ ਦੀਵਾਨ ਨੂੰ ਹੱਥ ਲਿਖ, ਆਪਣੇ ਹੱਥਾਂ ਨਾਲ ਬਾਣੀ ਮੈਂ ਲਿਖੀ ਹੈ, ਸੰਪੂਰਨ ਬਾਣੀ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰੂਪ ਆਪ ਜੀ ਦੇ ਨੂੰ ਦੇਖ ਗਿਆ ਸੀ ਕਿ ਤੁਸੀਂ ਇਹਦੇ ਉੱਤੇ ਸਾਈਨ ਕਰ ਦਿਓ, ਲੇਕਿਨ ਮੈਂ ਗੇੜੇ ਲਾਏ ਹਨ, ਕਾਫੀ ਸਮਾਂ ਇਸ ਗੱਲ ਨੂੰ ਹੋ ਗਿਆ, ਮੈਨੂੰ ਅਜੇ ਤੱਕ ਮਹਾਰਾਜ ਸਰੂਪ ਨਹੀਂ ਮਿਲਿਆ। ਤੇ ਕਲਗੀਧਰ ਪਿਤਾ ਜੀ ਕਹਿ ਲਗੇ ਕਿਹਨੂੰ ਦੇ, ਕਹਿ ਲਗੇ ਤੁਹਾਡੇ ਦੀਵਾਨ ਨੂੰ ਦੇ ਕੇ ਗਿਆ ਸੀ। ਕਹਿ ਲਗੇ ਕੋਈ ਗੱਲ ਨਹੀਂ, ਆਪਾਂ ਬੁਲਾ ਲੈਂਦੇ ਹਾਂ, ਸਿੱਖਾਂ ਨੂੰ ਭੇਜਿਆ, ਜਾਓ ਦੀਵਾਨ ਨੂੰ ਬੁਲਾ ਕੇ ਲੈ ਕੇ ਆਓ। ਜਿਸ ਵੇਲੇ ਉਹ ਦੀਵਾਨ ਆਇਆ, ਕਹਿ ਲਗੇ ਦੀਵਾਨ ਜੀ ਇਹ
ਮਹਾਂਪੁਰਖ ਰੱਬ ਦੇ ਪਿਆਰ ਵਾਲੇ ਬੈਰਾਗੀ ਸਾਧੂ ਕੀ ਕਹਿ ਰਹੇ ਹਨ? ਤੁਹਾਨੂੰ ਇੱਕ ਮਹਾਰਾਜ ਦਾ ਹੱਥ ਲਈ ਸਰੂਪ ਦੇ ਗਏ ਸੀ ਸਾਡੇ ਸੈਨ ਕਰੋ ਵਾਲਾ, ਤੁਸੀਂ ਸਾਨੂੰ ਦੱਸਿਆ ਨਹੀਂ। ਕਹਿਣ ਲੱਗਾ ਮਹਾਰਾਜ ਜੀ ਇਹ ਝੂਠ ਬੋਲਦਾ ਹੈ, ਮੈਨੂੰ ਕੋਈ ਸਰੂਪ ਦੇ ਕੇ ਨਹੀਂ ਗਿਆ, ਇਹ ਬਿਲਕੁਲ ਨਾਰਾਜ਼ ਜਿਹੜਾ ਬਿਲਕੁਲ ਝੂਠ ਬੋਲਦਾ ਹੈ, ਇਹ ਕੋਰਾ ਝੂਠ ਹੈ। ਇਸ ਵਾਸਤੇ ਮੈਂ ਜੇ ਮੇਰੇ ਕੋਲ ਹੁੰਦਾ ਤਾਂ ਮੈਂ ਆਪ ਦੇ ਸੈਨ ਕਰਵਾ ਲੈਂਦਾ। ਹੁਣ ਅੰਤਰਜਾਮੀ ਸਤਿਗੁਰੂ ਜਾਣਦੇ ਸਨ, ਸਿੱਖਾਂ ਨੂੰ ਭੇਜਿਆ ਜਾਓ ਫਲਾਣੇ ਅਸਥਾਨ ਦੇ ਉੱਤੇ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਉੱਤੇ ਇਹਨੇ ਮਹਾਰਾਜ ਦਾ ਸਰੂਪ ਰੱਖਿਆ, ਲੈ ਕੇ ਆਓ। ਲੈ ਕੇ ਆਏ। ਹੁਣ ਸਤਿਗੁਰੂ ਕਲਗੀਧਰ ਪਿਤਾ ਜੀ ਦੇ ਸਾਹਮਣੇ ਇਹ ਦੀਵਾਨ ਜਿਹੜਾ ਹੈ ਇਹ ਬੜਾ ਝੂਠਾ ਪੈ ਗਿਆ। ਜਿਸ ਵੇਲੇ ਸਤਿਗੁਰੂ ਦੇ ਸਾਹਮਣੇ ਝੂਠਾ ਪਿਆ ਤੇ ਆਪਣਾ ਹੰਕਾਰ ਵਿੱਚ ਬੋਲਿਆ, ਕਿਉਂਕਿ ਮਾਇਆ ਦਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੈ ਮਨੁੱਖ ਦੇ, ਬਾਹਾਂ ਵਿੱਚ ਵੀ ਤਾਕਤ ਹੈ ਤੇ ਧਨ ਵੀ ਬਹੁਤ ਜ਼ਿਆਦਾ ਕੋਲ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੁਸੀਂ ਝੂਠ ਕਿਉਂ ਬੋਲਿਆ? ਕਹਿਣ ਲੱਗੇ ਸਤਿਗੁਰੂ ਜੀ ਇਹ ਮੈਨੂੰ ਚੰਗਾ ਲੱਗਾ, ਕਹਿੰਦੇ ਉਦਾਂ ਕਹਿ ਦਿੰਦੇ, ਫਿਰ ਇਸ ਬੈਰਾਗੀ ਸਾਧੂ ਦੇ ਇਹਨੇ ਗੇੜੇ ਕਿਉਂ ਮਰਵਾਏ? ਜਦੋਂ ਸਤਿਗੁਰ ਨੇ ਖਰੀਆਂ ਖਰੀਆਂ ਗੱਲਾਂ ਸੁਣਾਈਆਂ ਤੇ ਇਹ ਜਿਹੜਾ ਸਤਿਗੁਰ ਦਾ ਦੀਵਾਨ ਹੈ ਨੰਦ ਚੰਦ, ਇਹ ਕਹਿਣ ਲੱਗਾ ਸਤਿਗੁਰੂ ਜੀ ਇਹ ਤੁਸੀਂ ਮੇਰੇ ਕਰਕੇ ਹੀ ਗੁਰੂ ਪ੍ਰਗਟ ਹੋਏ ਹੋ ਸੰਸਾਰ ਦੇ ਅੰਦਰ। ਜੇ ਕਿਤੇ ਮੈਂ ਆਪਣੀ ਖੱਬੀ ਬਾਹ ਤਾਂ ਨੂੰ ਹੁਲਾਰ ਦੇਵਾਂ, ਤੁਹਾਡੇ ਵਰਗੇ 100 ਗੁਰੂ ਕੱਢ ਕੇ ਮੈਂ ਧਰਤੀ ਦੇ ਉੱਤੇ ਰੱਖ ਦੇਵਾਂ। ਇਹਨਾਂ ਹੰਕਾਰ ਮਨ ਦੇ ਅੰਦਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਨੰਦ ਚੰਦ ਇਹੋ ਜਿਹੀਆਂ ਗੱਲਾਂ ਨਹੀਂ ਕਰਦੀਆਂ, ਇਹ ਹੰਕਾਰ ਮਨੁੱਖ ਨੂੰ ਡੁੱਬ ਦਿੰਦਾ ਹੈ, ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਕਹਿਣ ਲੱਗੇ ਮਹਾਰਾਜ ਜੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਤੇ ਸਤਿਗੁਰੂ ਜੀ ਸਿੱਖਾਂ ਨੂੰ ਕਹਿਣ ਲੱਗੇ ਇਹਨੂੰ ਫੜ ਲਓ। ਦੌੜ ਗਿਆ। ਦੌੜ ਕੇ ਗਿਆ ਕਿੱਥੇ? ਕਰਤਾਰਪੁਰ ਦੀ ਧਰਤੀ ਤੇ ਧੀਰਮਲ ਦੇ ਕੋਲ ਆ ਗਿਆ। ਤੇ ਧੀਰਮਲ ਨੂੰ ਕਹਿਣ ਲੱਗਾ ਦੇਖੋ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਾਰਾ ਆਪਣਾ ਦੁਸ਼ਮਣ ਸਮਝਦੇ ਹੋ ਤੇ ਮੈਂ ਤੁਹਾਨੂੰ ਕੁਝ ਰਾਜ ਦੀਆਂ ਗੱਲਾਂ ਦੱਸਣ ਵਾਸਤੇ ਆਇਆ ਹਾਂ। ਹੁਣ ਧੀਰਮਲ ਕਿਹੜਾ ਕਿਉਂ ਘੱਟ ਸੀ? ਉਹਨੇ ਵੀ ਆਪਣੇ ਮਨ ਅੰਦਰ ਸੋਚਿਆ ਕਿ ਜਿਹੜਾ ਬੰਦਾ ਚੱਲ ਕੇ ਮੇਰੇ ਕੋਲ ਆਇਆ ਮੈਨੂੰ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਬਾਰ ਦੀਆਂ ਕੁਝ ਰਾਜ ਦੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ, ਕਿਤੇ ਸਤਿਗੁਰ ਨੇ ਇਹਨੂੰ ਭੇਜ ਤਾਂ ਨਹੀਂ ਦਿੱਤਾ ਮੇਰੇ ਕੋਲ ਮੇਰੀ ਸੂਹ ਲੈਣ ਵਾਸਤੇ। ਇਸ ਵਾਸਤੇ ਰਾਤੋਂ ਰਾਤ ਉਸ ਧੀਰਮਲ ਨੇ ਆਪਣੇ ਬੰਦਿਆਂ ਕੋਲੋਂ ਇਸ ਨੰਦ ਚੰਦ ਦੀਵਾਨ ਨੂੰ ਮਰਵਾ ਦਿੱਤਾ। ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਮਨ ਅੰਦਰ ਇੰਨਾ ਹੰਕਾਰ ਚੜ੍ਹ ਕੇ ਬੋਲਦਾ ਹੈ ਤਨ ਦਾ ਧਨ ਦਾ, ਸਤਿਗੁਰੂ ਕਹਿੰਦੇ ਹਨ ਉਹਦਾ ਜੀਵਨ ਜਿਹੜਾ ਫਿਰ ਬਰਬਾਦ ਹੋ ਜਾਂਦਾ, ਉਹ ਗੁਰੂ ਤੋਂ ਵੀ ਦੂਰ ਹੁੰਦਾ ਹੈ, ਉਹ ਸੰਸਾਰ ਵਿੱਚ ਵੀ ਖੁਆਰ ਹੁੰਦਾ ਹੈ। ਸਤਿਗੁਰੂ ਕਹਿੰਦੇ ਉਹਨਾਂ ਦਾ ਜਿਹੜਾ ਜੀਵਨ ਤਿਰਕਾਰ ਹੈ, ਜਿਨ੍ਹਾਂ ਨੇ ਦੂਜੇ ਦੇ ਉੱਤੇ ਆਸਾਂ ਲਾਈਆਂ ਤੇ ਆਪਣਾ ਜਿਹੜਾ ਚਿੱਤ ਹੈ ਉਹ ਮਾਇਆ ਦੇ ਮੋਹ ਵਿੱਚ ਜੋੜ ਲਿਆ, ਤੇ ਸਤਿਗੁਰੂ ਕਹਿੰਦੇ ਹਾਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਏ। ਜਿਹੜੇ ਮਨੁੱਖ ਆਤਮਿਕ ਆਨੰਦ ਜਿਹੜਾ ਉਹਨੂੰ ਮਿਲਦਾ ਹੈ ਗੁਰੂ ਦੀ ਬਾਣੀ ਵਿੱਚੋਂ ਨਾਮ ਵਿੱਚੋਂ, ਉਹਨੂੰ ਪਰਾਲੀ ਦੇ ਬਦਲੇ ਤਿਆਗ ਦਿੰਦੇ ਹਨ। ਪੱਲਰ ਤਿਆਗਿਆ, ਪੱਲਰ ਤੋਂ ਭਾਵ ਪਰਾਲੀ। ਜਦੋਂ ਝੋਨਾ ਵੱਢਿਆ ਜਾਂਦਾ ਹੈ, ਜਿਹਨੂੰ ਅਸੀਂ ਮੁੰਜੀ ਵੀ ਕਹਿੰਦੇ ਹਾਂ, ਝਾੜੀ ਜਾਂਦੀ ਹੈ, ਜਿਹੜੇ ਦਾਣੇ ਉਹ ਵੱਖਰੇ ਕਰ ਲਏ ਜਾਂਦੇ ਹਨ, ਝੋਨਾ ਵੱਖਰਾ ਕਰ ਲਿਆ ਜਾਂਦਾ ਹੈ, ਤੇ ਜਿਹੜੀ ਪਰਾਲੀ ਮਗਰ ਰਹਿ ਜਾਂਦੀ ਹੈ ਉਹਦੀ ਕੋਈ ਬਾਤ ਨਹੀਂ ਪੁੱਛਦਾ, ਜਿੱਥੇ ਮਰਜ਼ੀ ਪਈ ਰਵੇ। ਇੱਥੇ ਪੱਲਰ ਤੋਂ ਤਿਆਗ ਹੈ, ਭਾਵ ਸੰਸਾਰ ਦੇ ਜਿਹੜੇ ਪਦਾਰਥ ਹਨ, ਸੰਸਾਰ ਦੇ ਪਦਾਰਥਾਂ ਦੇ ਬਦਲੇ ਮਨੁੱਖ ਨੇ ਆਪਣਾ ਆਤਮਿਕ ਆਨੰਦ ਜਿਹੜਾ ਉਹ ਤਿਆਗ ਦਿੱਤਾ ਹੈ। ਫਿਰ ਕੀ ਹੁੰਦਾ? ਨਾਮ ਵਿਸਾਰ ਦੁੱਖ ਪਾਏ। ਨਾਮ ਨੂੰ ਵਿਸਾਰ ਕੇ ਫਿਰ ਇਹਨੂੰ ਜੀਵਨ ਦੇ ਅੰਦਰ ਆਤਮਿਕ ਘਾਟਾ ਪੈਂਦਾ ਹੈ, ਆਤਮਿਕ ਸੁੱਖ ਇਹਨੂੰ ਮਿਲਦਾ ਨਹੀਂ। ਸਤਿਗੁਰੂ ਕਹਿੰਦੇ ਹਨ ਇਹ ਜੀਵਨ ਅੰਦਰ ਫਿਰ ਆਤਮਿਕ ਤੌਰ ਤੇ ਦੁਖੀ ਰਹਿੰਦਾ ਹੈ। ਸਰੀਰ ਕਰਕੇ ਵੀ ਦੁਖੀ, ਕਿਉਂਕਿ ਸਰੀਰ ਰੋਗੀ ਹੋ ਗਿਆ ਤਾਂ ਵੀ ਦੁਖੀ। ਆਤਮਾ ਜਿਹੜੀ ਹੈ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜੀ ਨਹੀਂ, ਤਾਂ ਵੀ ਦੁਖੀ, ਕਿਉਂਕਿ ਆਤਮਾ ਦੀ ਜਿਹੜੀ ਖੁਰਾਕ ਹੈ ਉਹ ਗੁਰੂ ਦੀ ਬਾਣੀ ਹੈ, ਪ੍ਰਮਾਤਮਾ ਦਾ ਨਾਮ ਹੈ। ਜਿਵੇਂ ਪਾਣੀ ਜਿਹੜਾ ਹੈ ਉਹ ਮੱਛੀ ਦਾ ਜੀਵਨ ਹੈ, ਇਸੇ ਤਰ੍ਹਾਂ ਬਾਣੀ ਜਿਹੜੀ ਹੈ ਉਹ ਸਾਡਾ ਆਤਮਿਕ ਜੀਵਨ ਹੈ। ਤੇ ਸਤਿਗੁਰੂ ਕਹਿੰਦੇ ਮਨਮੁਖ ਅਗਿਆਨੀ ਅੰਧਲੇ ਜਨਮ ਮਰੇ ਫਿਰ ਆਵੈ ਜਾਏ। ਜਿਹੜੇ ਮਨਮੁਖ ਬੰਦੇ ਹਨ, ਮਨਮੁਖ ਤੋਂ ਭਾਵ ਜਿਹੜੇ ਆਪਣੇ ਮਨ ਦੀ ਮਤ ਮਗਰ ਚੱਲਦੇ ਹਨ, ਉਹ ਕਰਦੇ ਹਨ ਜੋ ਉਹਨਾਂ ਦਾ ਮਨ ਕਹਿੰਦਾ ਹੈ, ਕਿ ਮੇਰਾ ਮਨ ਨਹੀਂ ਮੰਨਦਾ। ਕਿਸੇ ਨੂੰ ਕਹੀਆ ਉਹ ਸੰਗਤ ਵਿੱਚ ਚਲੀਏ,
ਮੇਰਾ ਮਨ ਨਹੀਂ ਮੰਨਦਾ, ਕਿਉਂਕਿ ਉਹ ਮਨ ਦੇ ਮਗਰ ਲੱਗਿਆ, ਜੋ ਮਨ ਕਹਿੰਦਾ ਹੈ ਉਹੀ ਕਰਦੇ ਹਨ। ਅਗਿਆਨੀ ਭਾਵ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਕੋਈ ਸੂਝ ਹੀ ਨਹੀਂ ਹੈ, ਜਿਹੜੇ ਅਗਿਆਨਤਾ ਵਿੱਚ ਹਨੇਰੇ ਵਿੱਚ ਹਨ, ਅੰਦਰਲੇ ਦੇ ਭਾਵ ਜਿਹੜੇ ਆਪਣੇ ਜੀਵਨ ਦਾ ਸਹੀ ਰਸਤਾ ਜਿਹੜਾ ਭਟਕ ਚੁੱਕੇ ਹਨ, ਜਿਨ੍ਹਾਂ ਨੂੰ ਸਹੀ ਰਸਤੇ ਦੀ ਪਹਿਚਾਣ ਨਹੀਂ ਹੈ। ਕਿਉਂਕਿ ਅੰਧਾ ਬੰਦਾ ਜਿਹੜਾ ਹੈ ਉਹ ਆਪਣੇ ਆਪ ਮਾਰਗ ਉੱਤੇ ਚੱਲ ਨਹੀਂ ਸਕਦਾ, ਉਹਨੂੰ ਸਹਾਰੇ ਦੀ ਲੋੜ ਪੈਂਦੀ ਹੈ। ਉਹ ਆਪਣੇ ਹੱਥ ਦੇ ਅੰਦਰ ਕੋਈ ਸੋਟੀ ਲਵੇਗਾ, ਕਿਸੇ ਦਾ ਸਹਾਰਾ ਲਵੇਗਾ ਤਾਂ ਚੱਲ ਸਕਦਾ ਹੈ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਮਨਮੁਖ ਬੰਦਾ ਜਿੱਥੇ ਅਗਿਆਨੀ ਹੈ, ਆਤਮ ਜੀਵਨ ਦੀ ਸੂਝ ਤੋਂ ਸਖਣਾ ਹੈ, ਉੱਥੇ ਉਹ ਅੰਦਰਲਾ ਵੀ ਇਹ ਭਾਵ ਜੀਵਨ ਦੇ ਸਹੀ ਰਸਤੇ ਤੋਂ ਖੁੰਝਿਆ ਹੋਇਆ ਹੈ। ਫਿਰ ਜਨਮ ਮਰੇ ਫਿਰ ਆਵੈ ਜਾਏ। ਮਨ ਦੀ ਮਤ ਮਗਰ ਚੱਲਣ ਵਾਲਾ ਬੰਦਾ ਸੰਸਾਰ ਅੰਦਰ ਕਦੀ ਜੰਮਦਾ ਹੈ, ਕਦੀ ਮਰਦਾ ਹੈ, ਕਦੀ ਆਉਂਦਾ ਹੈ, ਕਦੀ ਜਾਂਦਾ ਹੈ। ਜਿਹਨੂੰ ਸਤਿਗੁਰੂ ਕਹਿੰਦੇ ਜੰਮ ਜਾਂ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਹ ਜੰਮਣ ਮਰਨਾ ਬਹੁਤ ਵੱਡਾ ਇੱਕ ਦੁੱਖ ਹੈ, ਬੜੀ ਵੱਡੀ ਸਜ਼ਾ ਹੈ। ਇਸ ਵਾਸਤੇ ਭਗਤ ਕਬੀਰ ਨੇ ਇੱਕ ਅਰਦਾਸ ਕੀਤੀ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਅੰਦਰ, ਕਹਿਣ ਲੱਗੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਹੇ ਰਾਮ ਰਾਏ ਪ੍ਰਮਾਤਮਾ, ਇੱਕ ਦੁੱਖ ਮੇਰਾ ਕੱਟ ਦਿਓ। ਕਿਹੜਾ? ਕਿ ਆ ਜਿਹੜਾ ਆਉਣ ਜਾਣ ਬਾਰ-ਬਾਰ ਗੇੜੇ ਲਾਉਣੇ ਪੈਂਦੇ ਸੰਸਾਰ ਦੇ ਅੰਦਰ, ਬਾਰ-ਬਾਰ ਗਰਭ ਦੇ ਅੰਦਰ ਆਉਣਾ ਪੈਂਦਾ ਹੈ, ਜੂਨਾਂ ਧਾਰਨ ਕਰਨੀਆਂ ਪੈਂਦੀਆਂ ਹਨ। ਅਸੀਂ ਆਮ ਤੌਰ ਤੇ ਦੇਖਦੇ ਹਾਂ, ਬੰਦਾ ਮਾਰਕੀਟ ਜਾਵੇ, ਬਾਜ਼ਾਰ ਜਾਵੇ, ਜੋ ਵੀ ਉਹਨੇ ਲੈ ਕੇ ਆਉਣਾ ਹੈ ਉਹ ਇੱਕ ਲਿਸਟ ਉੱਤੇ ਨੋਟ ਕਰ ਲੈਂਦਾ ਹੈ। ਆਹ ਸਮਾਨ ਘਰ ਦਾ ਮੁੱਕਿਆ ਹੋਇਆ ਹੈ, ਆਹ ਗਰੋਸਰੀ ਦਾ ਸਮਾਨ ਹੈ, ਘਰ ਦੀ ਹੋਰ ਵਰਤੋਂ ਦਾ ਸਮਾਨ ਹੈ, ਇਹਨੂੰ ਨੋਟ ਕਰ ਲਿਆ। ਉਹ ਲਿਸਟ ਵੇਖ ਕੇ ਸਾਰਾ ਸਮਾਨ ਚੁੱਕਦਾ ਹੈ ਤੇ ਲੈ ਕੇ ਆਉਂਦਾ ਹੈ। ਲੇਕਿਨ ਜੇ ਕਿਤੇ ਉਹਦੇ ਵਿੱਚੋਂ ਕੋਈ ਚੀਜ਼ ਰਹਿ ਜਾਵੇ, ਲਿਖਣ ਵਿੱਚ ਚੇਤਾ ਨਾ ਆਵੇ, ਜਾਂ ਉਹ ਲਿਖੀ ਵਿੱਚੋਂ ਹੀ ਭੁੱਲ ਜਾਵੇ, ਤੇ ਜਦੋਂ ਘਰ ਆਉਂਦਾ ਹੈ ਤੇ ਫਿਰ ਬੜਾ ਪਛਤਾਉਂਦਾ, ਕਹਿਣ ਲੱਗੀ ਆ ਚੀਜ਼ ਤਾਂ ਬੜੀ ਜ਼ਰੂਰੀ ਸੀ, ਇਹ ਮੈਂ ਲੈ ਕੇ ਨਹੀਂ ਆਇਆ। ਹੁਣ ਫਿਰ ਦੁਬਾਰਾ ਮੈਨੂੰ ਇੰਨਾ ਪੈਂਡਾ ਤੈਅ ਕਰਕੇ ਉਹ ਚੀਜ਼ ਲੈਣ ਵਾਸਤੇ ਜਾਣਾ ਪਵੇਗਾ। ਸਤਿਗੁਰੂ ਜੀ ਕਹਿੰਦੇ ਹਨ ਮਨੁੱਖਾ ਜਨਮ ਬੜਾ ਕੀਮਤੀ ਹੈ, ਨਾਮ ਵਿਹਾਜਨ ਵਾਸਤੇ ਆਏ ਹਾਂ। ਜੇ ਕਿ ਮਨੁੱਖਾ ਜਨਮ ਦੇ ਅੰਦਰ ਅਸੀਂ ਨਾਮ ਦਾ ਵਪਾਰ ਨਾ ਕੀਤਾ, ਪ੍ਰਮਾਤਮਾ ਦਾ ਨਾਮ ਨਾ ਜਪਿਆ, ਤੇ ਸਤਿਗੁਰ ਕਹਿੰਦੇ ਫਿਰ ਦੁਬਾਰਾ ਸਾਨੂੰ ਆਉਣਾ ਪਵੇਗਾ ਜੂਨਾ ਕੱਟ ਕੇ ਮਨੁੱਖਾ ਜਨਮ ਦੇ ਅੰਦਰ। ਬੜਾ ਲੰਮਾ ਗੇੜਾ ਹੈ। ਇਸ ਵਾਰ ਸਤਿਗੁਰ ਕਹਿੰਦੇ ਮਨਮੁਖ ਬੰਦੇ ਜਿਹੜੇ ਕਦੇ ਆਉਂਦੇ ਜਾਂਦੇ ਹਨ, ਜੰਮਦੇ ਮਰਦੇ ਹਨ, ਕਾਰਜ ਸਿੱਧ ਨਾ ਹੋਵਣੀ ਅੰਤ ਗਿਆ ਪਛਤਾਏ। ਉਹ ਜਿਸ ਕਾਰਜ ਨੂੰ ਸ਼ੁਰੂ ਕਰਦੇ ਹਨ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ, ਉਹ ਜੋ ਵੀ ਕਾਰਜ ਕਰਦੇ, ਭਾਵੇਂ ਕੋਈ ਸੰਸਾਰ ਦਾ ਕਾਰਜ ਵੀ ਕੋਈ ਨਾ ਕਰਨਾ ਹੋਵੇ, ਭਾਵੇਂ ਉਹਨਾਂ ਦਾ ਆਤਮ ਜੀਵਨ ਦਾ ਕੋਈ ਕਾਰਜ ਹੈ, ਸਤਿਗੁਰ ਕਹਿੰਦੇ ਸਿੱਧ ਨਾ ਹੋਵਣੀ, ਉਹ ਕਦੀ ਕਾਮਯਾਬ ਨਹੀਂ ਹੁੰਦੇ, ਉਹਦਾ ਕਾਰਜ ਕਦੀ ਸਿੱਧ ਨਹੀਂ ਹੁੰਦੇ। ਅੰਤ ਗਿਆ ਪਛਤਾਏ। ਸਤਿਗੁਰ ਕਹਿੰਦੇ ਅਖੀਰ ਵੇਲੇ ਜਦੋਂ ਇਹ ਜੀਵਨ ਖਤਮ ਹੋ ਜਾਵੇਗਾ, ਫਿਰ ਉਹਨੂੰ ਪਛਤਾਉਣਾ ਪਵੇਗਾ। ਫਿਰ ਹੌਕੇ ਲੈਂਦਾ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਣ ਮਾਧਾਣੀਆਂ ਤੇ ਉਹ ਮੱਥੇ ਧਰਮ ਰਾਏ। ਅਖੀਰ ਵੇਲੇ ਪਛਤਾਉਣਾ ਪੈਂਦਾ ਹੈ। ਤੇ ਸਤਿਗੁਰ ਕਹਿੰਦੇ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੈ, ਸੋ ਹਰ ਹਰ ਨਾਮ ਸਮਾਏ। ਸਤਿਗੁਰ ਦੇ ਨਿਰਾਸ਼ ਹੋਣ ਦੀ ਲੋੜ ਨਹੀਂ। ਜਿਹਦੇ ਉੱਤੇ ਮਾਲਕ ਬਖਸ਼ਿਸ਼ ਕਰਦਾ ਹੈ, ਜਿਸ ਕਰਮ ਹੋਵੇ, ਕਰਮ ਤੋਂ ਭਾਵ ਹੈ ਬਖਸ਼ਿਸ਼, ਜਿਹਦੇ ਉੱਤੇ ਮਾਲਕ ਪ੍ਰਮਾਤਮਾ ਮਿਹਰਬਾਨ ਹੋ ਜਾਂਦਾ ਹੈ, ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਤੇ ਸਤਿਗੁਰ ਮਿਲੈ, ਫਿਰ ਉਸ ਨੂੰ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ, ਗੁਰੂ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਸੋ ਹਰ ਹਰ ਨਾਮ ਧਿਆਏ। ਗੁਰੂ ਨੂੰ ਮਿਲ ਕੇ ਉਹ ਮਨੁੱਖ ਫਿਰ ਪਰਮਾਤਮਾ ਦਾ ਨਾਮ ਜਪਦਾ ਹੈ। ਤੇ ਅਖੀਰ ਤੇ ਪੰਕਤੀ ਅੰਦਰ ਸਤਿਗੁਰੂ ਕਹਿੰਦੇ ਨਾਮ ਰਤੇ ਜਨ ਸਦਾ ਸੁਖ ਪਾਏ ਨ, ਜਨ ਨਾਨਕ ਤਿੰਨ ਬਲ ਜਾਏ। ਜਿਹੜੇ ਮਨੁੱਖ ਨਾਮ ਦੇ ਵਿੱਚ ਰਤੇ ਗਏ, ਨਾਮ ਮੰਮੇ ਨੂੰ ਸਿਹਾਰੀ ਭਾਵ ਨਾਮ ਦੇ ਵਿੱਚ ਰਤੇ ਗਏ, ਰੰਗੇ ਗਏ, ਨਾਮ ਰਤੇ ਜਨ, ਜਿਹੜੇ ਸੇਵਕ ਨਾਮ ਵਿੱਚ ਰੰਗੇ ਗਏ ਹਨ, ਸਦਾ ਸੁਖ ਪਾਏ ਨ, ਉਹ ਫਿਰ ਜੀਵਨ ਅੰਦਰ ਸਦਾ ਸੁਖ ਪਾਉਂਦੇ ਹਨ।
ਉਹ ਫਿਰ ਆਤਮਿਕ ਆਨੰਦ ਜੀਵਨ ਅੰਦਰ ਮਾਣਦੇ ਹਨ। ਤੇ ਸਤਿਗੁਰੂ ਕਹਿੰਦੇ ਹਨ, ਜਨ ਨਾਨਕ ਤਿੰਨ ਬਲ ਜਾਏ। ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਤੀਸਰੇ ਸਰੂਪ ਸਤਿਗੁਰੂ ਕਹਿੰਦੇ ਹਨ, ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ, ਸਦਕੇ ਜਾਂਦਾ ਹੈ, ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਹਨ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਉੱਤੇ ਵੀ ਐਸੀ ਬਖਸ਼ਿਸ਼ ਕਰਨ, ਕਿਉਂਕਿ ਉਹਦੇ ਕਰਮ ਨੂੰ, ਉਹਦੀ ਬਖਸ਼ਣ ਨੂੰ ਲਿਖਿਆ ਨਹੀਂ ਜਾ ਸਕਦਾ। ਬੜੀ ਵੱਡੀ ਉਹਦੀ ਬਖਸ਼ਿਸ਼ ਹੈ। ਬਾਣੀ ਅੰਦਰ ਸਤਿਗੁਰ ਕਹਿੰਦੇ ਹਨ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾ। ਨਿਰੰਕਾਰ ਵਾਹਿਗੁਰੂ ਤਿਲ ਮਾਤਰ ਵੀ ਤਮਾ ਨਹੀਂ। ਕਈ ਵਾਰ ਪਹਿਲਾਂ ਬੇਨਤੀ ਕੀਤੀ, ਜੇ ਉਹਦਾ ਨਾਮ ਜਪਾਂਗੇ, ਅੰਮ੍ਰਿਤ ਵੇਲੇ ਉੱਠ ਕੇ ਉਹਦੇ ਨਾਮ ਦੇ ਨਾਲ ਸਾਂਝ ਪਾਵਾਂਗੇ, ਇਹਦੇ ਵਿੱਚ ਸਾਡਾ ਭਲਾ ਆਪਣਾ ਹੈ, ਸਾਡਾ ਜੀਵਨ ਸਫਲ ਹੋ ਜਾਵੇਗਾ। ਤੇ ਜੇ ਬਾਣੀ ਨਹੀਂ ਪੜਾਂਗੇ, ਗੁਰੂ ਦੀ ਸੰਗਤ ਵਿੱਚ ਨਹੀਂ ਆਵਾਂਗੇ, ਨਾਮ ਨਹੀਂ ਜਪਾਂਗੇ, ਇਹਦੇ ਵੀ ਨੁਕਸਾਨ ਸਾਡਾ ਆਪਣਾ ਹੈ। ਪਰ ਬਾਰ-ਬਾਰ ਜਨਮ ਮਰਨ ਦੇ ਗੇੜ ਵਿੱਚ ਆਉਣਾ ਪਵੇਗਾ। ਰੱਬ ਨੂੰ ਕੋਈ ਫਰਕ ਨਹੀਂ, ਵੱਡਾ ਨਾ ਹੋਵੇ, ਘਾਟ ਨਾ ਜਾਏ। ਨਾਮ ਜੇ ਜਪੀਏ ਤੇ ਉਹਨੇ ਵੱਧ ਨਹੀਂ ਜਾਣਾ, ਨਾਮ ਜਪੀਏ ਤੇ ਘਟ ਨਹੀਂ ਜਾਣਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਜਪਾਂਗੇ ਤੇ ਸਾਡਾ ਆਪਣਾ ਭਲਾ ਹੈ, ਨਾ ਜਪਾਂਗੇ ਤੇ ਫਿਰ ਬਾਰ-ਬਾਰ ਅਗਲੀਆਂ ਜੂਨਾਂ ਖੜੀਆਂ ਹਨ। ਸਤਿਗੁਰ ਕਿਰਪਾ ਕਰਨ, ਆਪਣੇ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ। ਇਤਨੇ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦੇ ਬਾਣੀ ਪੜ੍ਹਦੇ ਹੋਈਆਂ